भाई साहब देखिए ये ਲੱਖ ਰੁਪਏ ਦੇ ਬਾਈਕ ਕਹਿਣ ਦਾ ਮਤਲਬ ਤਾਂ ਇਹ ਵੀ ਜੇ ਹੁਣ 1 ਜੁਲਾਈ ਤੋਂ ਲਾਇਆ ਜਾਵੇ ਤਾਂ ਇਹਨਾਂ ਦਾ ਕੋਈ ਮੁੱਲ ਨਹੀਂ ਰਹਿਣਾ ਉਸ ਹਿਸਾਬ ਦੇ ਨਾਲ ਜਦੋਂ ਰਜਿਸਟ੍ਰੇਸ਼ਨ ਹੀ ਨਹੀਂ ਹੋਣੀ। ਬਾਕੀ ਇਹਨਾਂ ਦਾ ਕੋਈ ਈਵੀ ਮਤਲਬ ਇਲੈਕਟ੍ਰਿਕ ਆਲਟਰਨੇਟਿਵ ਨਹੀਂ ਹੈਗਾ। ਜੇ ਹੁਣ ਇਹਨਾਂ ਬਾਈਕਾਂ ਦੇ ਐਗਜ਼ਾਮਪਲ ਹੀ ਲਾਈਏ ਵੀ ਜੇਕਰ ਇਹ ਕੋਈ ਲੈਂਦਾ ਤਾਂ ਕਿੰਨੇ ਪੈਸੇ ਆਖਰਕਾਰ ਨਾਲ ਸਰਕਾਰ ਨੂੰ ਵੀ ਦਿੰਦਾ। 15 ਲੱਖ ਰੁਪਏ ਚੋਂ 31% ਜਿਹੜਾ ਹੈਗਾ ਉਹ GST ਹੈ, ਜਿਹਦੇ ਵਿੱਚੋਂ ਅੱਧਾ ਜਿਹੜਾ ਸ਼ੇਅਰ ਹੈ ਉਹ UT ਹੈ, UT ਦਾ GST ਹੈ। ਉਸ ਤੋਂ ਬਾਅਦ ਜਿਹੜਾ ਬੰਦਾ ਇਹ ਬਾਈਕ ਲੈ ਰਿਹਾ ਹੈ ਉਹ ਘੱਟ ਤੋਂ ਘੱਟ 60 ਤੋਂ 65,000 ਰੁਪਏ ਰੋਡ ਟੈਕਸ ਵੀ ਪੇ ਕਰ ਰਿਹਾ ਹੈ। ਹੁਣ ਜਿਹੜਾ ਚੰਡੀਗੜ੍ਹ 'ਚ ਰਹਿੰਦਾ ਹੋਊਗਾ ਉਹਦੇ ਵਾਸਤੇ ਸਭ ਤੋਂ ਵੱਡੀ ਪਰੇਸ਼ਾਨੀ ਕੀ ਹੈ ਕਿ ਜੇਕਰ ਉਹ ਬਾਈਕ ਲੈ ਵੀ ਲੈਂਦਾ ਤਾਂ ਇਹਦੀ ਰਜਿਸਟ੍ਰੇਸ਼ਨ ਉਰੇ ਨਹੀਂ ਕੀ ਜੇ ਇਹ ਜਾ ਕੇ ਬੰਦਾ ਫਿਰ ਵੀ ਨਹੀਂ ਹਟਦਾ। ਜੇ ਸੋਚੋ ਕਿ ਉਹ ਕਹਿੰਦਾ ਵੀ ਮੈਂ ਲੈ ਲਾ ਨਾ, ਮੈਂ ਹੋਰ ਕਿਤੇ ਰਜਿਸਟ੍ਰੇਸ਼ਨ ਜਗਾੜੂ ਤਰੀਕੇ ਦੇ ਨਾਲ ਕਰ ਲਾ, ਨਾ ਚਾਹੇਗਾ ਲੋਵੇ ਨਾਲ ਹਰਿਆਣਾ ਲੱਗਦਾ ਪੰਜਾਬ ਲੱਗਦਾ, ਪੰਜਾਬ ਰਜਿਸਟਰ ਕਰਾ ਲੇਗਾ ਜਾਂ ਹਰਿਆਣਾ ਰਜਿਸਟਰ ਕਰਾ ਲੇਗਾ। ਉਹਦੇ 'ਚ ਐਡਮਿਨਿਸਟ੍ਰੇਸ਼ਨ ਦਾ ਰੈਵਨਿਊ ਲਾਸ ਪਲੱਸ ਜਿਹੜੇ ਇਹ ਵਹੀਕਲ ਨੇ ਉਹ ਉੱਥੇ ਜਾ ਕੇ ਰਜਿਸਟਰ ਹੋਣਗੇ, ਉਹਦਾ ਉਹਨਾਂ ਨੂੰ ਬੈਨੀਫਿਟ ਹੈ ਜਿਹੜੀ ਉੱਥੇ ਦੀ ਗਵਰਨਮੈਂਟ ਹੈ। ਚੱਲੂਗਾ ਵੀ ਉਰੀ ਪਰ ਪੈਸਾ ਤੁਹਾਨੂੰ ਮਿਲਣਾ ਨਹੀਂ, ਚੱਲਣਾ ਇਹਨੇ ਤਾਂ ਵੀ ਉਰੀ ਹੈ। ਇੱਥੇ ਹੀ ਹੈ ਚੰਡੀਗੜ੍ਹ ਗ੍ਰੀਨ ਫੇਰ ਵੀ ਨਹੀਂ ਹੋ ਰਿਹਾ। ਉਹਦੀਆਂ ਨੇ ਵੀ ਜੇ ਬੇਰੁਜ਼ਗਾਰੀ ਵਧੂ ਤਾਂ ਕਿਤੇ ਨਾ ਕਿਤੇ ਕ੍ਰਾਈਮ ਵੱਧਦਾ ਉਹਦੇ ਨਾਲ। ਬਿਲਕੁਲ ਠੀਕ ਹੈ, ਡਰੱਗਸ ਵੱਧਦੀ ਹੈਗੀ ਉਹਦੇ ਨਾਲ। ਤਾਂ ਲੱਗਦਾ ਵੀ ਇਹ ਤਾਂ ਚੀਜ਼ਾਂ ਕਿਤੇ ਅਸੀਂ ਆਪ ਹੀ ਤਾਂ ਨਹੀਂ ਕਿਤੇ ਗਲਤੀ ਕੋਈ ਕਰ ਰਹੇ ਹੈਗੇ। ਇਹ ਤਾਂ ਜੀ ਦੇਖੋ ਲੌਂਗ ਰਨ 'ਚ ਇਹਨਾਂ ਨੂੰ ਸ਼ਾਇਦ ਐਡਮਿਨਿਸਟ੍ਰੇਸ਼ਨ ਨੂੰ ਸਮਝ ਆਵੇ, ਤੁਹਾਡੇ ਵਰਗੇ ਭਰਾਵਾਂ ਨੂੰ ਸਾਨੂੰ ਤਾਂ ਇਹ ਚੀਜ਼ ਪਤਾ ਹੀ ਹੈ ਵੀ ਇਹਦਾ ਫਾਇਦਾ ਕੁਝ ਵੀ ਨਹੀਂ ਹੋਣ ਵਾਲਾ ਹੈਗਾ। ਲੌਂਗ ਰਨ 'ਚ ਇਹਦਾ ਨੁਕਸਾਨ ਹੀ ਨੁਕਸਾਨ ਹੈ। ਇੱਕ ਨਾਰਮਲ ਸਕੂਟਰ ਮੋਟਰਸਾਈਕਲ 60-70 ਹਜ਼ਾਰ ਰੁਪਏ ਦੀ ਕੀਮਤ ਇੱਕ ਬੰਦਾ ਲੈਂਦਾ ਤੇ ਉਹ ਜ਼ਰੂਰਤ ਪੂਰੀ ਕਰਨ ਲਈ ਲੈਂਦਾ ਹੈ। ਉਹਦਾ ਜਿਹੜਾ EV ਆਲਟਰਨੇਟਿਵ ਹੈ ਉਹ ਤਕਰੀਬਨ 1,30,000 ਤੋਂ 40,000 ਰੁਪਏ ਦਾ ਅੱਜ ਦੀ ਰੇਟਸ ਤੇ ਬਹੁਤ ਘੱਟ ਆਪਸ਼ਨਸ ਨੇ, 1-2 ਆਪਸ਼ਨਸ ਅਵੇਲੇਬਲ ਨੇ। ਮਸਲੇ ਕਈ ਨੇ, ਆਪਾਂ ਇਹਦੇ ਬਾਰੇ ਬਹੁਤ ਗੱਲ ਕਰ ਸਕਦੇ ਹਾਂ ਬਟ ਆਈ ਹੋਪ ਤੁਹਾਡੇ ਥਰੂ ਨਹੀਂ ਗੱਲ ਕਰੀ ਐਡਮਿਨਿਸਟ੍ਰੇਸ਼ਨ ਨੇ ਬਿਲਕੁਲ ਵੀ ਨਹੀਂ ਕਰੀ, ਉਹ ਤਾਂ ਸਿਰਫ ਪ੍ਰੈਸ ਨੋਟ ਸੀਗਾ ਜੀ। ਸਤਿ ਸ਼੍ਰੀ ਅਕਾਲ ਜੀ। ਚੰਡੀਗੜ੍ਹ ਦੇ ਵਿੱਚ 1 ਜੁਲਾਈ ਤੋਂ ਜਿਸ ਤਰ੍ਹਾਂ ਦਾ ਵੱਡਾ ਬਦਲਾਅ ਹੋਣ ਲੱਗਿਆ, ਉਹ ਬਦਲਾਅ ਲੱਗਦਾ ਕਿ ਬਹੁਤ ਸਾਰੇ ਘਰਾਂ ਤੇ ਵੀ ਭਾਰੀ ਪਊਗਾ ਤੇ ਦੂਜੇ ਪਾਸੇ ਇਹ ਵੀ ਕਿ ਸ਼ੌਕ ਦੀ ਗੱਲ ਹੋਵੇ ਚਾਹੇ ਤੁਹਾਡੀ ਜ਼ਰੂਰਤ ਦੀ ਗੱਲ ਹੋਵੇ, ਸਾਰੀਆਂ ਚੀਜ਼ਾਂ ਤੇ ਭਾਰੀ ਪੈਂਦਾ ਨਜ਼ਰ ਆਊ ਕਿਉਂਕਿ ਇਲੈਕਟ੍ਰੋਨਿਕ ਵਹੀਕਲ ਪਾਲਿਸੀ ਨੂੰ ਲੈ ਕੇ ਜਿਹੜੀ ਸ਼ੁਰੂਆਤ ਹੋਣ ਲੱਗੀ ਆ ਉਹਦੇ ਤੇ ਹਾਇਦੂਆ ਹਰ ਪਾਸੇ ਮੱਚਿਆ ਹੋਇਆ। ਇਹ ਤੁਸੀਂ ਦੇਖੋ ਕਿ ਲੱਖਾਂ ਰੁਪਏ ਦੇ ਉਹ ਬਾਈਕ ਨੇ ਜਿਨ੍ਹਾਂ ਨੂੰ ਮੈਂ ਖੈਰ ਜ਼ਰੂਰਤ ਤਾਂ ਨਹੀਂ ਕਹੂੰਗਾ ਪਰ ਹਾਂ ਸ਼ੌਕ ਦੇ ਤੌਰ ਦੇ ਉੱਤੇ ਲੋਕ ਲੈਂਦੇ ਨਜ਼ਰ ਆਉਂਦੇ ਨੇਗੇ ਕਿਉਂਕਿ ਜਦੋਂ ਜਿਹੜੇ ਬਾਈਕਰਜ਼ ਨੇਗੇ ਹੁਣ ਜਿਹੜਾ ਚੰਡੀਗੜ੍ਹ 'ਚ ਰਹਿੰਦਾ ਹੋਊਗਾ ਉਹਦੇ ਵਾਸਤੇ ਸਭ ਤੋਂ ਵੱਡੀ ਪਰੇਸ਼ਾਨੀ ਕੀ ਹੈ ਕਿ ਜੇਕਰ ਉਹ ਬਾਈਕ ਲੈ ਵੀ ਲੈਂਦਾ ਤਾਂ ਇਹਦੀ ਰਜਿਸਟ੍ਰੇਸ਼ਨ ਉਰੇ ਨਹੀਂ ਕੀ ਹੋਣੀ। ਜਿਹੜੇ ਮੌਜੂਦਾ ਹਾਲਾਤ ਹੁਣ ਬਣੇ ਹੋਏ ਨੇ ਉਹਦੇ ਹਿਸਾਬ ਦੇ ਨਾਲ ਕਾਰਨ ਇਹ ਕਿ ਚੰਡੀਗੜ੍ਹ ਦੀ ਜਿਹੜੀ ਨਵੀਂ ਪਾਲਿਸੀ ਆ ਰਹੀ ਹੈ ਇਲੈਕਟ੍ਰੋਨਿਕ ਵਹੀਕਲ ਦੀ, ਉਹਦੇ ਵਿੱਚ ਇਹ ਬਾਈਕ ਰਜਿਸਟਰੀ ਨਹੀਂ ਹੋਣਗੇ। ਜੇ ਇਹ ਜਾ ਕੇ ਬੰਦਾ ਫਿਰ ਵੀ ਨਹੀਂ ਹਟਦਾ, ਜੇ ਸੋਚੋ ਵੀ ਉਹ ਕਹਿੰਦਾ ਵੀ ਮੈਂ ਲੈ ਲਾ ਨਾ, ਮੈਂ ਹੋਰ ਕਿਤੇ ਰਜਿਸਟ੍ਰੇਸ਼ਨ ਜਗਾੜੂ ਤਰੀਕੇ ਦੇ ਨਾਲ ਕਰ ਲਾ, ਨਾ ਚਾਹੇਗਾ ਲੋਵੇ ਨਾਲ ਹਰਿਆਣਾ ਲੱਗਦਾ ਪੰਜਾਬ ਲੱਗਦਾ, ਤਾਂ ਉਹਨੂੰ ਹੋਰ ਜ਼ਿਆਦਾ ਪੈਸੇ ਨੇ ਦੇਣੇ ਪੈਣਗੇ। ਪਰ ਗੱਲ ਇਹ ਵੀ ਗਲਤ ਚੀਜ਼ ਤਾਂ ਫਿਰ ਗਲਤੀ ਹੈਗੀ। ਭਾਈ ਸਾਹਿਬ ਦੇਖੀਏ ਇਹ ਲੱਖ ਰੁਪਏ ਦੇ ਬਾਈਕ ਨੇ ਕਹਿਣ ਦਾ ਮਤਲਬ ਤਾਂ ਇਹ ਵੀ ਜੇ ਹੁਣ 1 ਜੁਲਾਈ ਤੋਂ ਲਾਇਆ ਜਾਵੇ ਤਾਂ ਇਹਨਾਂ ਦਾ ਕੋਈ ਮੁੱਲ ਨਹੀਂ ਰਹਿਣਾ ਉਸ ਹਿਸਾਬ ਦੇ ਨਾਲ ਜਦੋਂ ਰਜਿਸਟ੍ਰੇਸ਼ਨ ਹੀ ਨਹੀਂ ਹੋਣੇ। ਨਵੇਂ ਹੁਕਮ ਕਿੰਨੇ ਕੁ ਭਾਰੂ ਪੈਣਗੇ ਇਹਨਾਂ ਸਾਰੀਆਂ ਚੀਜ਼ਾਂ ਤੇ ਜਿਹੜੇ ਲੋਕ ਸ਼ੌਕ ਰੱਖਦੇ ਨੇ ਇਹਨਾਂ ਦਾ? ਦੇਖੋ ਜੀ ਬਹੁਤ ਜ਼ਿਆਦਾ ਭਾਰੀ ਪੈਣਗੇ, ਨਾ ਕਿ ਸਿਰਫ ਡੀਲਰਸ਼ਿਪਸ ਨੂੰ। ਡੀਲਰਸ਼ਿਪਸ ਵਾਲਾ ਪੱਖ ਤਾਂ ਤੁਸੀਂ ਰੱਖ ਹੀ ਦਿੱਤਾ ਹੈ, ਮੈਂ ਉਹਦੇ ਬਾਰੇ ਹੋਰ ਵੀ ਗੱਲ ਕਰ ਸਕਦਾ ਹਾਂ। ਬਟ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਇਹ ਭੁੱਲ ਰਹੀ ਹੈ ਕਿ ਜਿਹੜੇ ਲੱਖਾਂ ਰੁਪਏ ਦੇ ਬਾਈਕ ਨੇ ਉਹਦੇ ਵਿੱਚੋਂ GST ਤੇ ਰੋਡ ਟੈਕਸ ਜਿਹੜਾ ਗਵਰਨਮੈਂਟ ਨੂੰ ਐਡਮਿਨਿਸਟ੍ਰੇਸ਼ਨ ਨੂੰ ਮਿਲਦਾ ਹੈ ਉਹ ਇੱਕ ਬਹੁਤ ਵੱਡਾ ਸ਼ੇਅਰ ਹੈ ਕੰਪੇਅਰ ਟੂ ਹੋਰ ਕਿਸੇ ਵੀ 2 ਵੀਲਰਸ ਦੇ ਮੁਕਾਬਲੇ। ਬਾਕੀ ਇਹਨਾਂ ਦਾ ਕੋਈ EV ਮਤਲਬ ਇਲੈਕਟ੍ਰਿਕ ਆਲਟਰਨੇਟਿਵ ਨਹੀਂ ਹੈਗਾ। ਜਿਵੇਂ ਮੈਂ ਕਹਿੰਦਾ ਤੁਸੀਂ ਇੱਕ ਨਾਰਮਲ ਸਕੂਟਰ ਮੋਟਰਸਾਈਕਲ ਦੀ ਗੱਲ ਕਰੋ, ਉਹ ਵੀ ਕੁਝ ਆਉਣ ਵਾਲੇ ਸਾਲਾਂ 'ਚ ਉਹਦੇ ਆਲਟਰਨੇਟਿਵਸ ਆ ਜਾਣਗੇ ਜੀ, ਤੁਸੀਂ ਉਹਦੀ ਜਗ੍ਹਾ ਕੋਈ ਇੱਕ EV ਚੀਜ਼ ਲੈ ਸਕੋਗੇ। ਬਟ ਇਹਨਾਂ ਵੱਡੇ ਬਾਈਕਸ ਦਾ ਜਿਵੇਂ ਤੁਸੀਂ ਕਿਹਾ ਸ਼ੌਕੀਆ ਜਿਹੜੀ ਹੌਬੀ ਲਈ ਮੋਟਰਸਾਈਕਲਸ ਨੇ, ਇਹਨਾਂ ਦਾ ਤਾਂ ਕੋਈ EV ਆਲਟਰਨੇਟਿਵ ਵੀ ਨਹੀਂ ਹੈਗਾ। ਸੋ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਕੁਝ ਹੋਰ ਲੈਣਾ ਚਾਹੁੰਦੇ ਆ ਇਹਨਾਂ ਬਾਈਕਸ ਦੀ ਜਗ੍ਹਾ, ਮੈਨੂੰ ਐਡਮਿਨਿਸਟ੍ਰੇਸ਼ਨ ਕੋਈ ਇਹਦੀ ਜਗ੍ਹਾ ਆਲਟਰਨੇਟਿਵ ਦੱਸੇ ਕਿ ਕੀ ਹੈਗਾ। ਜਿਵੇਂ ਹੁਣ ਤੁਸੀਂ ਗੱਲ ਕਰੀ ਵੀ ਜਿਹੜਾ ਕਿਉਂਕਿ ਸਭ ਤੋਂ ਵੱਡਾ ਤਾਂ ਐਡਮਿਨਿਸਟ੍ਰੇਸ਼ਨ ਨਾਲ ਆਪਦਾ ਰੈਵਨਿਊ ਵੀ ਦੇਖਦੀ ਹੁੰਦੀ ਹੈ। ਜੇ ਹੁਣ ਇਹਨਾਂ ਬਾਈਕਾਂ ਦੇ ਐਗਜ਼ਾਮਪਲ ਹੀ ਲਾਈਏ ਵੀ ਜੇਕਰ ਇਹ ਕੋਈ ਲੈਂਦਾ ਤਾਂ ਕਿੰਨੇ ਪੈਸੇ ਆਖਰਕਾਰ ਨਾਲ ਸਰਕਾਰ ਨੂੰ ਵੀ ਦਿੰਦਾ ਜਾਂ ਕਈ ਐਡਮਿਨਿਸਟ੍ਰੇਸ਼ਨ ਨੂੰ ਵੀ ਦਿੰਦਾ? ਹੁਣ ਜਿਵੇਂ ਜੀ ਮੈਂ ਗੱਲ ਕਰਾਂ, ਜਿਵੇਂ ਇਹ ਤੁਹਾਡੇ ਸਾਹਮਣੇ ਬਾਈਕ ਖੜਾ ਹੈ ਜੀ, ਇਹਦੀ ਕੀਮਤ ਤਕਰੀਬਨ 15 ਲੱਖ ਰੁਪਏ ਹੈ ਜੀ। 15 ਲੱਖ ਰੁਪਏ ਚੋਂ 31% ਜਿਹੜਾ ਹੈਗਾ ਉਹ GST ਹੈ, ਜਿਹਦੇ ਵਿੱਚੋਂ ਅੱਧਾ ਜਿਹੜਾ ਸ਼ੇਅਰ ਹੈ ਉਹ UT ਹੈ, UT ਦਾ GST ਹੈ। ਸੋ ਤੁਸੀਂ ਮਤਲਬ ਇਹ ਸਿੰਪਲ ਜੇ ਆਪਾਂ ਮੈਥ ਕਰੀਏ ਤਾਂ ਤਕਰੀਬਨ 1.5 ਤੋਂ 2 ਲੱਖ ਰੁਪਏ ਪਰ ਬਾਈਕ ਦੀ ਸੇਲ 'ਚੋਂ ਸਿਰਫ GST ਪਾਰਟ ਹੈ। ਉਸ ਤੋਂ ਬਾਅਦ ਜਿਹੜਾ ਬੰਦਾ ਇਹ ਬਾਈਕ ਲੈ ਰਿਹਾ ਹੈ ਉਹ ਘੱਟ ਤੋਂ ਘੱਟ 60 ਤੋਂ 65,000 ਰੁਪਏ ਰੋਡ ਟੈਕਸ ਵੀ ਪੇ ਕਰ ਰਿਹਾ ਹੈ ਚੰਡੀਗੜ੍ਹ 'ਚ ਇਸ ਬਾਈਕ ਨੂੰ ਚਲਾਉਣ ਲਈ। ਸੋ ਇਹਦੇ 'ਚ ਰੈਵਨਿਊ ਲਾਸ ਤੁਸੀਂ ਖੁਦ ਕੈਲਕੂਲੇਟ ਕਰ ਸਕਦੇ ਹੋ ਵੀ ਇੱਕ ਬਾਈਕ ਦੀ ਸੇਲ ਪਿੱਛੇ ਸਪੋਜ਼ ਜਿਹਦੀ ਕੀਮਤ ਤਕਰੀਬਨ 15 ਲੱਖ ਹੈ ਜਾਂ ਇਸ ਤੋਂ ਜ਼ਿਆਦਾ ਹੈ ਤਾਂ ਹੋਰ ਵੀ ਜ਼ਿਆਦਾ ਹੈ, ਐਡਮਿਨਿਸਟ੍ਰੇਸ਼ਨ ਨੂੰ 3 ਤੋਂ 3.5 ਲੱਖ ਰੁਪਏ ਦਾ ਨੁਕਸਾਨ ਹੈ। ਠੀਕ ਹੈ, ਸਿੱਧੇ ਤੌਰ ਤੇ ਹੈਗਾ। ਬਾਕੀ ਜੋ ਤੁਸੀਂ ਪੁਆਇੰਟ ਮੈਂਸ਼ਨ ਕੀਤਾ ਕਿ ਜਿਹੜਾ ਬੰਦਾ ਲੈਣਾ ਚਾਹੁੰਦਾ ਹੈ ਉਹ ਲੈ ਲੇਗਾ, ਪੰਜਾਬ ਰਜਿਸਟਰ ਕਰਾ ਲੇਗਾ ਜਾਂ ਹਰਿਆਣਾ ਰਜਿਸਟਰ ਕਰਾ ਲੇਗਾ। ਉਹਦੇ 'ਚ ਐਡਮਿਨਿਸਟ੍ਰੇਸ਼ਨ ਦਾ ਰੈਵਨਿਊ ਲਾਸ
ਪਲੱਸ ਜਿਹੜੇ ਇਹ ਵਹੀਕਲ ਨੇ ਉਹ ਉੱਥੇ ਜਾ ਕੇ ਰਜਿਸਟਰ ਹੋਣਗੇ, ਉਹਦਾ ਉਹਨਾਂ ਨੂੰ ਬੈਨੀਫਿਟ ਹੈ ਜਿਹੜੀ ਉੱਥੇ ਦੀ ਗਵਰਨਮੈਂਟ ਹੈ। ਯਾਨੀ ਕਿ ਚੱਲੂਗਾ ਵੀ ਉਰੀ ਪਰ ਪੈਸਾ ਤੁਹਾਨੂੰ ਮਿਲਣਾ ਨਹੀਂ, ਚੱਲਣਾ ਇਹਨੇ ਤਾਂ ਵੀ ਉਰੀ ਹੈ। ਇੱਥੇ ਹੀ ਹੈ, ਚੰਡੀਗੜ੍ਹ ਗ੍ਰੀਨ ਫੇਰ ਵੀ ਨਹੀਂ ਹੋ ਰਿਹਾ, ਉਹ ਬਾਈਕ ਰਜਿਸਟਰ ਉੱਥੇ ਹੋ ਜਾਣਗੇ ਤੇ ਯੂਜ਼ ਇੱਥੇ ਕਰੇ ਜਾਣਗੇ। ਯਾਨੀ ਕਿ ਐਡਮਿਨਿਸਟ੍ਰੇਸ਼ਨ ਦੇ ਹੱਦ ਤੱਕ ਸਿਰਫ ਲਾਸ ਹੀ ਹੈ, ਕਹਿਣ ਦਾ ਮਤਲਬ ਰੈਵਨਿਊ ਦੇ ਲਾਸ ਵੀ ਹੈ ਤੇ ਪਲੱਸ ਲੋਕਾਂ ਲਈ ਹਰਾਸਮੈਂਟ ਹੈ। ਕੋਈ ਵੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦਾ ਕੰਮ ਲੋਕਾਂ ਦੀ ਜ਼ਿੰਦਗੀ ਨੂੰ ਸੌਖਾ ਬਣਾਉਣਾ ਹੈ, ਬਟ ਇੱਥੇ ਮੈਨੂੰ ਲੱਗਦਾ ਨਹੀਂ ਕੁਝ ਹੈ ਜਾ ਰਿਹਾ। ਔਰ ਸਭ ਤੋਂ ਜੋ ਇੰਪੋਰਟੈਂਟ ਮੁੱਦਾ ਜੋ ਆਪਾਂ ਮਿਸ ਕਰ ਰਹੇ ਹਾਂ ਕਿ ਇਸ ਇੰਡਸਟਰੀ ਨਾਲ ਕਿੰਨੇ ਲੋਕਾਂ ਦੀ ਰੋਜ਼ਗਾਰ ਜੁੜੀ ਹੈ। ਠੀਕ ਹੈ, ਜੇ ਇਦਾਂ ਦੀ ਚੀਜ਼ਾਂ ਹੁੰਦੀਆਂ ਰਹਿਣਗੀਆਂ ਤਾਂ ਕੀ ਐਡਮਿਨਿਸਟ੍ਰੇਸ਼ਨ ਉਹਨਾਂ ਲੋਕਾਂ ਨੂੰ ਰੋਜ਼ਗਾਰ ਪੱਖੋਂ ਕੋਈ ਸਪੋਰਟ ਜਾਂ ਕੋਈ ਹੋਰ ਤਰ੍ਹਾਂ ਦੀ ਸਹੂਲਤ ਦੇਏਗੀ? ਬਿਲਕੁਲ ਵੀ ਨਹੀਂ ਦੇਏਗੀ, ਆਪਾਂ ਨੂੰ ਪਤਾ ਹੈ। ਸਰਕਾਰਾਂ ਸੋਚਦੀਆਂ ਹੁੰਦੀਆਂ ਨੇ ਵੀ ਜੇ ਬੇਰੋਜ਼ਗਾਰੀ ਵਧੂ ਤਾਂ ਕਿਤੇ ਨਾ ਕਿਤੇ ਕ੍ਰਾਈਮ ਵੱਧਦਾ ਉਹਦੇ ਨਾਲ। ਠੀਕ ਹੈ, ਡਰੱਗਸ ਵੱਧਦੀ ਹੈਗੀ ਉਹਦੇ ਨਾਲ, ਤਾਂ ਲੱਗਦਾ ਵੀ ਇਹ ਤਾਂ ਚੀਜ਼ਾਂ ਕਿਤੇ ਅਸੀਂ ਆਪ ਹੀ ਤਾਂ ਨਹੀਂ ਕਿਤੇ ਗਲਤੀ ਕਿਉਂ ਕਰ ਰਹੇ ਹੈਗੇ। ਇਹ ਤਾਂ ਜੀ ਦੇਖੋ ਲੌਂਗ ਰਨ 'ਚ ਇਹਨਾਂ ਨੂੰ ਸ਼ਾਇਦ ਐਡਮਿਨਿਸਟ੍ਰੇਸ਼ਨ ਨੂੰ ਸਮਝ ਆਵੇ, ਤੁਹਾਡੇ ਵਰਗੇ ਭਰਾਵਾਂ ਨੂੰ, ਸਾਨੂੰ ਤਾਂ ਇਹ ਚੀਜ਼ ਪਤਾ ਹੀ ਹੈ ਵੀ ਇਹਦਾ ਫਾਇਦਾ ਕੁਝ ਵੀ ਨਹੀਂ ਹੋਣ ਵਾਲਾ ਹੈਗਾ। ਲੌਂਗ ਰਨ 'ਚ ਇਹਦਾ ਨੁਕਸਾਨ ਹੀ ਨੁਕਸਾਨ ਹੈ। ਇਹ ਹੁਣ ਇਹਨਾਂ ਦੀ ਆਪਣੀ ਸਮਝ ਹੈ, ਆਪਣੀ ਸੋਚ ਹੈ ਕਿ ਇਹ ਜੀ ਮੈਂ ਤਾਂ ਕਹਾਂਗਾ ਤੁਗਲਕੀ ਜਿਹੜੀ ਪਾਲਿਸੀਜ਼ ਨੇ ਵੀ ਆਪਾਂ ਅੱਜ ਉੱਠ ਕੇ ਸੋਚ ਲਿਆ ਵੀ ਜੀ ਕੱਲ ਤੋਂ ਇਹ ਬੰਦ ਕਰ ਦੇਣੀ ਹੈ। ਪਰ ਜਦੋਂ ਐਡਾ ਵੱਡਾ ਫੈਸਲਾ ਹੋਇਆ ਹੈ, ਕੋਈ ਤੁਹਾਡੇ ਨਾਲ, ਕਿਉਂਕਿ ਤੁਹਾਡੀ ਵੀ ਐਸੋਸੀਏਸ਼ਨਸ ਨਾਲ ਹੈਗੀਆਂ ਨੇਗੀਆਂ, ਤੁਹਾਡੇ ਨਾਲ ਕੋਈ ਗੱਲਬਾਤ ਜਾਂ ਕੋਈ ਹੋਰ ਕੋਈ ਹੋਈ, ਜਾਂ ਫਿਰ ਇਹ ਹੈ ਵੀ ਤੁਹਾਨੂੰ ਤਾਂ ਸਿਰਫ ਪਤਾ ਲੱਗਿਆ ਵੀ ਆਖਰ ਇਹ ਹੋ ਗਿਆ? ਦੇਖੋ ਜੀ, ਸਾਨੂੰ ਡੀਲਰਸ਼ਿਪ ਲੈਵਲ ਤੇ ਅਸੀਂ ਮੁਲਾਜ਼ਮ ਹੈ, ਸਾਨੂੰ ਤਾਂ ਸਿਰਫ ਪਤਾ ਹੀ ਚੱਲਿਆ ਜੀ ਵੀ ਆਹ ਪ੍ਰੈਸ ਰਿਲੀਜ਼ ਆ ਗਈ ਵੀ ਇਦਾਂ ਹੋ ਗਿਆ। ਬਟ ਜਿਵੇਂ ਰਾਜੀਵ ਜੀ ਨੇ ਜਿਹੜੇ ਆਪਣੀ ਆਟੋਮੋਟਿਵ ਐਸੋਸੀਏਸ਼ਨ ਦੇ ਪ੍ਰਧਾਨ ਨੇ, ਉਹਨਾਂ ਦੀ ਰੈਗੂਲਰ ਗੱਲ ਚੱਲ ਰਹੀ ਸੀ, ਉਹਨਾਂ ਦੇ ਨਾਲ ਜਿਹੜੇ ਹੋਰ ਬੰਦੇ ਨੇ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਨਾਲ ਬਹੁਤ ਇਸ ਚੀਜ਼ ਨੂੰ ਫੋਲੋ ਅਪ ਕਰਨ ਦੀ ਕੋਸ਼ਿਸ਼ ਕੀਤੀ, ਬਟ ਉਹ ਤੁਹਾਡੇ ਸਾਹਮਣੇ ਨਤੀਜਾ ਕੁਝ ਨਹੀਂ ਨਿਕਲਿਆ ਹੈਗਾ। ਐਡਮਿਨਿਸਟ੍ਰੇਸ਼ਨ ਨੇ ਸਿਰਫ ਇੱਕ ਦਿਨ ਪ੍ਰੈਸ ਨੋਟ ਰਿਲੀਜ਼ ਕਰਤਾ ਕਿ ਜੀ ਇੰਨੇ ਵਹੀਕਲ ਬਚੇ ਨੇ ਤੇ 1 ਤਰੀਕ ਤੋਂ ਬੰਦ ਹੋ ਜਾਣਗੇ। ਉਹਦੇ 'ਚ ਉਹਨਾਂ ਨੇ ਕੋਈ ਕੈਟਾਗਰੀ ਦੀ ਕਲਾਸੀਫਿਕੇਸ਼ਨ ਨਹੀਂ ਕੀਤੀ ਕਿ ਇੰਨੇ ਸੀਸੀ ਤੋਂ ਉੱਤੇ ਜਾਂ ਇੰਨੇ ਸੀਸੀ ਤੋਂ ਥੱਲੇ, ਕੁਝ ਵੀ ਨਹੀਂ ਸੋਚਿਆ। ਕੋਈ ਪਬਲਿਕ ਇਨਫਰਾਸਟ੍ਰਕਚਰ ਚਾਰਜਿੰਗ ਦਾ ਚੰਡੀਗੜ੍ਹ ਵਿੱਚ ਹੈ ਨਹੀਂ। ਠੀਕ ਹੈ, ਤੇ ਪਲੱਸ ਇੱਕ ਹੋਰ ਬਹੁਤ ਇੰਪੋਰਟੈਂਟ ਮੁੱਦਾ ਹੈ ਜੀ ਜੋ ਸ਼ਾਇਦ ਤੁਸੀਂ ਵੀ ਹਜੇ ਤੱਕ ਨਹੀਂ ਕਵਰ ਕੀਤਾ। ਇੱਕ ਨਾਰਮਲ ਸਕੂਟਰ ਮੋਟਰਸਾਈਕਲ 60-70 ਹਜ਼ਾਰ ਰੁਪਏ ਦੀ ਕੀਮਤ ਇੱਕ ਬੰਦਾ ਲੈਂਦਾ ਤੇ ਉਹ ਜ਼ਰੂਰਤ ਪੂਰੀ ਕਰਨ ਲਈ ਲੈਂਦਾ ਹੈ। ਉਹਦਾ ਜਿਹੜਾ ਈਵੀ ਆਲਟਰਨੇਟਿਵ ਹੈ ਉਹ ਤਕਰੀਬਨ 1,30,000 ਤੋਂ 40,000 ਰੁਪਏ ਦਾ ਅੱਜ ਦੀ ਰੇਟਸ ਤੇ ਬਹੁਤ ਘੱਟ ਆਪਸ਼ਨਸ ਨੇ, 1-2 ਆਪਸ਼ਨਸ ਅਵੇਲੇਬਲ ਨੇ। ਕਿਉਂਕਿ ਉਹ ਤਾਂ ਖੈਰ ਅਸੀਂ ਵੀ ਇਸ ਚੀਜ਼ ਤੋਂ ਤਾਂ ਕਿਤੇ ਨਾ ਕਿਤੇ ਮਹਿਸੂਸ ਕਰੀਏ ਵੀ ਜੇਕਰ ਤੁਸੀਂ ਲਾਓ ਵੀ ਹੋ ਸਕਦਾ ਈਵੀ ਮੰਨ ਲਾਨੇ ਆ ਵੀ ਸਾਡੇ ਲਈ ਬਹੁਤ ਫਾਇਦੇਮੰਦ ਹੈਗਾ, এনवायरमेंट ਦੇ ਨਾਲ ਨਾਲ ਸਾਡੇ ਲਈ ਵੀ ਫਾਇਦੇਮੰਦ ਹੈ, ਉਹਦਾ ਖਰਚਾ ਘੱਟ ਹੋਣਾ। ਬਟ ਇਸ ਟਾਈਮ ਦੇ ਇਸ ਸਮੇਂ ਦੇ ਦੌਰਾਨ ਉਹ ਲੋਕ ਖਰੀਦ ਰਹੇ ਨੇ ਜਿਨ੍ਹਾਂ ਕੋਲ ਪੈਸਾ ਵਾਧੂ ਹੈਗਾ। ਯਾਨੀ ਕਿ ਜੇ ਮੈਂ ਲੱਖ ਰੁਪਇਆ ਲਾ ਕੇ ਸਿੱਟ ਵੀ ਦਿੱਤਾ ਤਾਂ ਕੱਲ੍ਹ ਨੂੰ ਨਹੀਂ ਚੱਲੂਗਾ, ਕੋਈ ਗੱਲ ਨਹੀਂ, ਜ਼ਰੂਰਤ ਵਾਲਾ ਬੰਦਾ ਸ਼ਾਇਦ ਅੱਜ ਵੀ ਨਹੀਂ ਲੈ ਰਿਹਾ। ਬਿਲਕੁਲ, ਕਿਉਂਕਿ ਦੇਖੋ ਜੀ ਪਬਲਿਕ ਚਾਰਜਿੰਗ ਸਟੇਸ਼ਨਸ ਨਹੀਂ ਹੈਗੇ। ਰੇਂਜ ਇਹਨਾਂ ਸਕੂਟਰ ਮੋਟਰਸਾਈਕਲ ਦੀ ਜਿਹੜੇ ਈਵੀ ਆ ਰਹੇ ਨੇ 100-120 ਦੀ ਰੇਂਜ ਹੈ, ਹੱਦ, ਇਹ ਵੀ ਮੈਂ ਜ਼ਿਆਦਾ ਕਹਿ ਰਿਹਾ। ਤੇ ਇੱਕ ਜਿਹੜਾ ਨਾਰਮਲ ਬੰਦਾ ਜਿਹਨੇ ਰੋਜ਼ਮਰਾ ਦੀ ਜ਼ਿੰਦਗੀ 'ਚ ਆਉਣਾ ਜਾਣਾ, ਕੰਮ ਤੇ ਹੈ ਜਾਂ ਕਿਸੇ ਹੋਰ ਚੀਜ਼ ਲਈ ਯੂਜ਼ ਕਰਨਾ ਹੈ, ਉਹ 60-70 ਹਜ਼ਾਰ ਦੀ ਜਗ੍ਹਾ ਦੁੱਗਣੇ ਪੈਸੇ ਕਿਸ ਗੱਲੋਂ ਲਾਵੇ? ਐਡਮਿਨਿਸਟ੍ਰੇਸ਼ਨ ਕੀ ਉਸ ਬੰਦੇ ਲਈ ਸਹੂਲਤ ਪੱਖੋਂ ਦੇ ਰਹੀ ਹੈ ਕਿ ਉਹ ਇਹ ਦੁੱਗਣੇ ਪੈਸੇ ਲਾਉਣ ਬਾਰੇ ਸੋਚੇ? ਸੋ ਮਸਲੇ ਕਈ ਨੇ, ਆਪਾਂ ਇਹਦੇ ਬਾਰੇ ਬਹੁਤ ਗੱਲ ਕਰ ਸਕਦੇ ਹਾਂ, ਬਟ ਆਈ ਹੋਪ ਤੁਹਾਡੇ ਥਰੂ ਨਹੀਂ ਗੱਲ ਕਰੀ ਐਡਮਿਨਿਸਟ੍ਰੇਸ਼ਨ ਨੇ ਬਿਲਕੁਲ ਵੀ ਨਹੀਂ ਕਰੀ, ਉਹ ਤਾਂ ਸਿਰਫ ਪ੍ਰੈਸ ਨੋਟ ਸੀਗਾ ਜੀ। ਬਟ ਆਈ ਹੋਪ ਤੁਹਾਡੇ ਲੋਕਾਂ ਦੇ ਥਰੂ, ਮੀਡੀਆ ਦੇ ਥਰੂ, ਅੱਜ ਕੱਲ੍ਹ ਆਪਾਂ ਇਸ ਏਜ ਤੇ ਜਨਰੇਸ਼ਨ 'ਚ ਰਹਿ ਰਹੇ ਜਿੱਥੇ ਮੀਡੀਆ ਇੱਕ ਬਹੁਤ ਪਾਵਰਫੁਲ ਟੂਲ ਹੈ। ਤੁਸੀਂ ਇਸ ਮੈਸੇਜ ਨੂੰ ਜਿਹੜੇ ਵੀ ਮਤਲਬ ਕੰਸਰਨਡ ਲੋਕ ਨੇ ਉਹਨਾਂ ਤੱਕ ਪਹੁੰਚਾਓ। ਬਹੁਤ ਜਣੇ ਪਹੁੰਚਾ ਰਹੇ ਨੇ, ਬਟ ਜੇ ਇਹ ਚੀਜ਼ ਉਸ ਫੈਸਲੇ ਨੂੰ ਬਦਲਣ ਵਿੱਚ ਜਾਂ ਬਿਹਤਰ ਕਰਨ ਵਿੱਚ ਕੋਈ ਮਦਦ ਕਰ ਸਕੇ ਤਾਂ ਅਸੀਂ ਬਹੁਤ ਜ਼ਿਆਦਾ ਥੈਂਕਫੁਲ ਹੋਵਾਂਗੇ ਤੁਹਾਡੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਨਾਲ ਨਾਲ ਤੁਸੀਂ ਦੇਖੋ ਕਿ ਦੇਖਣ ਨੂੰ ਬੜੀਆਂ ਸੋਹਣੀਆਂ ਬਾਈਕਸ ਇਹ ਤੇ ਸੜਕ ਤੇ ਚੱਲਦੀਆਂ ਬੜੀ ਵਧੀਆ ਲੱਗਦੀਆਂ, ਪਰ ਗੱਲ ਇਹ ਵੀ ਜਦੋਂ ਐਡਮਿਨਿਸਟ੍ਰੇਸ਼ਨ ਦਾ ਇੱਕ ਰੂਲ ਜਾਂ ਕਹੀਏ ਕਿ ਇੱਕ ਡਿਸੀਜਨ ਆ, ਆਖਰ ਇਹਨਾਂ ਲੱਖ ਰੁਪਏ ਦੀ ਬਾਈਕ ਨੂੰ, ਇਹ ਠੀਕ ਹੈ ਕਿ ਆਉਂਦੇ ਸਮੇਂ ਦੇ ਦੌਰਾਨ ਲੋਕ ਨੇ ਜਿਹੜੇ ਕੋਈ ਨਾ ਕੋਈ ਤਰੀਕਾ ਲੱਭ ਲੈਂਦੇ ਨੇ, ਪਰ ਗਲਤ ਕਰਨੀ ਕਿਉਂ? ਤੇ ਦੂਜੇ ਪਾਸੇ ਲਾਸ ਐਡਮਿਨਿਸਟ੍ਰੇਸ਼ਨ ਚੱਲੀ ਕਿਉਂ? ਇਹ ਠੀਕ ਹੈ ਕਿ এনवायरमेंट ਨੂੰ ਲੈ ਕੇ ਡਿਸੀਜਨ ਸਖਤ ਲੈਣ ਦੀ ਲੋੜ ਹੈ, ਪਰ ਉਹਦੇ ਵਿੱਚ ਗੱਲ ਇਹ ਕਿ ਬਾਕੀ ਉਹਦੇ ਤੇ ਇੰਪੈਕਟ ਕਿੰਨੇ ਲੋਕਾਂ ਦਾ ਪੈ ਰਿਹਾ, ਇਹ ਵੀ ਚੀਜ਼ ਨਾਲ ਨਾਲ ਐਡਮਿਨਿਸਟ੍ਰੇਸ਼ਨ ਨੂੰ ਦੇਖਣੀ ਹੋਊ। ਕਿਤੇ ਫਾਇਦਾ ਕਰਦੇ ਕਰਦੇ ਨੁਕਸਾਨ ਕਰਨੀ ਨਾ ਵਗਦੀ ਹੈ, ਜਿਹਦੇ ਕਈ ਇੰਪੈਕਟ ਨੇਗੇ। ਸੀਨੀਅਰ ਵੀਡੀਓ ਜਰਨਲਿਸਟ ਬੰਦੇ ਦੇ ਨਾਲ ਸਮਿਤ ਸਿੰਘ, ਰੋਜ਼ਾਨਾ ਸਪੋਕਸਮੈਨ ਟੀਵੀ, ਚੰਡੀਗੜ੍ਹ।